ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 11ਵੀਂ ਜਮਾਤ ਦਾ ਇਹ ਮਹੱਤਵਪੂਰਨ ਟੌਪਿਕ ਹੈ ਦੱਖਣ ਦੇ ਰਾਜ, ਕਿੰਗਡਮ ਆਫ ਦਾ ਸਾਊਥ। ਦੱਖਣ ਦੇ ਰਾਜ 14ਵੀਂ ਸਦੀ ਵਿੱਚ ਦੱਖਣ ਭਾਰਤ ਵਿੱਚ ਦੋ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਹੋਈ। ਇਹਨਾਂ ਦੇ ਨਾਂ ਸਨ ਵਿਜੇਨਗਰ ਸਾਮਰਾਜ, ਬਹਮਣੀ ਰਾਜ। ਵਿਜੇਨਗਰ ਸਾਮਰਾਜ ਦੀ ਸਥਾਪਨਾ 1337 ਈਸਵੀ ਵਿੱਚ ਹਰੀਹਰ ਨੇ ਕੀਤੀ। ਇਸ ਸਾਮਰਾਜ ਦੇ 4 ਰਾਜਵੰਸ਼ਾਂ ਨੇ 17ਵੀਂ ਸਦੀ ਤੱਕ ਰਾਜ ਕੀਤਾ। ਕ੍ਰਿਸ਼ਨ ਦੇਵ ਰਾਏ, ਜਿਸ ਦਾ ਸੰਬੰਧ ਤੁਲਬ ਵੰਸ਼ ਨਾਲ ਸੀ, ਵਿਜੇਨਗਰ ਸਾਮਰਾਜ ਦਾ ਸਭ ਤੋਂ ਮਹਾਨ ਸ਼ਾਸਕ ਸੀ। ਉਸ ਦੇ ਸਮੇਂ ਵਿਜੇਨਗਰ ਸਾਮਰਾਜ ਆਪਣੀ ਉੱਨਤੀ ਦੀਆਂ ਸਿਖਰਾਂ 'ਤੇ ਪਹੁੰਚ ਗਿਆ ਸੀ। ਵਿਜੇਨਗਰ ਸ਼ਾਸਕਾਂ ਦੇ ਸਮੇਂ ਕਲਾ, ਇਮਾਰਤਕਾਰੀ ਦੇ ਖੇਤਰ ਵਿੱਚ ਅਦੁੱਤੀ ਉੱਨਤੀ ਹੋਈ। ਬਹਮਣੀ ਸਾਮਰਾਜ ਦੀ ਸਥਾਪਨਾ 1347 ਈਸਵੀ ਵਿੱਚ ਅਲਾਉਦੀਨ ਬਹਮਨ ਸ਼ਾਹ ਨੇ ਕੀਤੀ। ਮਹਿਮੂਦ ਗਾਬਾ, ਜੋ ਕਿ ਬਹਮਣੀ ਸਾਮਰਾਜ ਦਾ ਸਭ ਤੋਂ ਪ੍ਰਸਿੱਧ ਪ੍ਰਧਾਨ ਮੰਤਰੀ ਸੀ, ਦੇ ਸਮੇਂ ਬਹੁਪੱਖੀ ਉੱਨਤੀ ਹੋਈ। ਉਸ ਦੀ ਮੌਤ 1481 ਈਸਵੀ ਵਿੱਚ ਦੇ ਨਾਲ ਹੀ ਬਹਮਣੀ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ। 16ਵੀਂ ਸਦੀ ਦੇ ਸ਼ੁਰੂ ਵਿੱਚ ਤੱਕ ਬਹਮਣੀ ਸਾਮਰਾਜ 5 ਸੁਤੰਤਰ ਸਲਤਨਤਾਂ ਵਿੱਚ ਵੰਡਿਆ ਗਿਆ। 16ਵੀਂ ਸਦੀ ਬਹਮਣੀ ਅਤੇ ਵਿਜੇਨਗਰ ਸਾਮਰਾਜਾਂ ਦੇ ਪਤਨ ਦਾ ਇੱਕ ਮੁੱਖ ਕਾਰਨ ਦੋਹਾਂ ਰਾਜਾਂ ਵਿਚਾਲੇ ਚੱਲਣ ਵਾਲਾ ਲੰਬਾ ਸੰਘਰਸ਼ ਸੀ। ਬਹਮਣੀ ਸ਼ਾਸਕਾਂ ਨੂੰ ਕਲਾ ਅਤੇ ਇਮਾਰਤਕਾਰੀ ਨਾਲ ਬਹੁਤ ਪਿਆਰ ਸੀ। ਗੁਲਬਰਗਾ ਅਤੇ ਬਿਦਰ ਉਹਨਾਂ ਦੀ ਕਲਾ ਦੇ ਸਭ ਤੋਂ ਪ੍ਰਸਿੱਧ ਕੇਂਦਰ ਸਨ। ਬਹਮਣੀ ਸਾਮਰਾਜ ਦੀ ਸਥਾਪਨਾ ਮੁਹੰਮਦ ਬਿਨ ਤੁਗਲਕ ਦੇ ਅੰਤਲੇ ਸਾਲਾਂ ਵਿੱਚ ਪ੍ਰਾਂਤਕ ਗਵਰਨਰਾਂ ਨੇ ਥਾਂ ਥਾਂ 'ਤੇ ਰਾਜ ਵਿਰੁੱਧ ਵਿਦਰੋਹ ਕਰ ਦਿੱਤੇ ਸਨ। 1346 ਈਸਵੀ ਵਿੱਚ ਦੌਲਤਾਬਾਦ ਵਿਖੇ ਸ਼ਾਸਕ ਵਰਗ ਜਾਂ ਅਮੀਰਾਂ ਦੀ ਇੱਕ ਟੋਲੀ, ਜਿਸ ਦਾ ਨਾਂ ਅਮੀਰਾਨ-ਏ-ਸਦਾ ਸੀ, ਨੇ ਮੁਹੰਮਦ ਤੁਗਲਕ ਦੇ ਗਵਰਨਰ ਅਜ਼ੀਜ਼ ਉਦ ਦੀਨ ਖਮਰ ਨੂੰ ਕੱਢ ਦਿੱਤਾ। ਮੁਹੰਮਦ ਬਿਨ ਤੁਗਲਕ ਨੇ ਅਜ਼ੀਜ਼ ਨੂੰ ਦੌਲਤਾਬਾਦ ਵਿੱਚ ਅਮੀਰਾਂ ਦੇ ਵੱਧਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ ਸੀ। ਕਿਉਂਕਿ ਅਜ਼ੀਜ਼ ਨੀਵੇਂ ਵਰਗ ਨਾਲ ਸੰਬੰਧ ਰੱਖਦਾ ਸੀ, ਇਸ ਲਈ ਉੱਚ ਵਰਗ ਦੇ ਅਮੀਰ ਭੜਕ ਉੱਠੇ। ਉਹਨਾਂ ਨੇ ਦੌਲਤਾਬਾਦ 'ਤੇ ਕਬਜ਼ਾ ਕਰਕੇ ਇਸਮਾਈਲੀ ਮੁਲਕ ਨੂੰ ਆਪਣਾ ਸੁਲਤਾਨ ਬਣਾ ਦਿੱਤਾ। ਉਸ ਨੇ ਨਾਸਰੁਦੀਨ ਇਸਮਾਈਲ ਸ਼ਾਹ ਦੀ ਉਪਾਧੀ ਧਾਰਨ ਕੀਤੀ। ਮੁਹੰਮਦ ਬਿਨ ਤੁਗਲਕ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਬੜੀ ਤੇਜ਼ੀ ਨਾਲ ਦੌਲਤਾਬਾਦ ਵਿਖੇ ਪੁੱਜਾ। ਉਸ ਨੇ ਇਸਮਾਈਲ ਦੇ ਸੈਨਿਕਾਂ ਨੂੰ ਹਰਾ ਦਿੱਤਾ, ਪਰ ਉਸ ਨੂੰ ਬਹੁਤ ਜਲਦੀ ਗੁਜਰਾਤ ਵਿੱਚ ਭਟਕੇ ਇੱਕ ਹੋਰ ਵਿਦਰੋਹ ਨੂੰ ਕੁਚਲਣ ਲਈ ਜਾਣਾ ਪਿਆ। ਬਹਮਣੀ ਸਾਮਰਾਜ ਦਾ ਵਿਕਾਸ ਅਲਾਉਦੀਨ ਬਹਮਨ ਸ਼ਾਹ
1347 ਤੋਂ 58 ਈਸਵੀ, ਮੁਹੰਮਦ ਸ਼ਾਹ ਪਹਿਲਾ 1358 ਤੋਂ 77, ਮੁਹੰਮਦ ਸ਼ਾਹ ਦੂਜਾ 1378 ਤੋਂ 97 ਈਸਵੀ, ਫਿਰੋਜ਼ ਸ਼ਾਹ 1397 ਤੋਂ 1422 ਈਸਵੀ, ਅਹਿਮਦ ਸ਼ਾਹ 1422 ਤੋਂ 36 ਈਸਵੀ, ਅਲਾਉਦੀਨ ਦੂਜਾ 1436 ਤੋਂ 58 ਈਸਵੀ, ਮੁਹੰਮਦ ਸ਼ਾਹ ਤੀਜਾ 1463 ਤੋਂ 82, ਅਖੀਰਲੇ ਸ਼ਾਸਕ ਅਲਾਉਦੀਨ ਬਹਿਮਨ ਸ਼ਾਹ 1347 ਤੋਂ 58 ਈਸਵੀ, ਅਲਾਉਦੀਨ ਬਹਿਮਨ ਸ਼ਾਹ ਬਹਿਮਣੀ ਸਾਮਰਾਜ ਦਾ ਸੰਸਥਾਪਕ ਸੀ। 1347 ਈਸਵੀ ਵਿੱਚ ਉਹ ਰਾਜਗੱਦੀ 'ਤੇ ਬੈਠਿਆ। ਮੁਹੰਮਦ ਸ਼ਾਹ ਪਹਿਲਾ 1358 ਤੋਂ 77 ਈਸਵੀ, ਮੁਹੰਮਦ ਸ਼ਾਹ ਪਹਿਲੇ ਨੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ। ਮੁਹੰਮਦ ਸ਼ਾਹ ਦੂਜਾ 1378 ਈਸਵੀ ਤੋਂ 97 ਈਸਵੀ, ਮੁਹੰਮਦ ਸ਼ਾਹ ਦੂਜਾ ਇੱਕ ਸ਼ਾਂਤੀ ਪਸੰਦ ਸ਼ਾਸਕ ਸੀ। ਫਿਰੋਜ਼ ਸ਼ਾਹ 1397 ਤੋਂ 1422 ਈਸਵੀ, 1397 ਈਸਵੀ ਵਿੱਚ ਫਿਰੋਜ਼ ਸ਼ਾਹ ਨੂੰ ਬਹਿਮਣੀ ਸਾਮਰਾਜ ਦਾ ਨਵਾਂ ਸ਼ਾਸਕ ਬਣਾਇਆ ਗਿਆ। ਇਹਨੂੰ ਗਿਆ ਪੜ੍ਹਨਾ ਹੈਗਾ ਗਿਆ। ਉਸਨੇ ਫਿਰੋਜ਼ਾਬਾਦ ਸ਼ਹਿਰ ਦਾ ਨਿਰਮਾਣ ਉਸਨੇ 1422 ਈਸਵੀ ਵਿੱਚ ਰਾਜਗੱਦੀ ਆਪਣੇ ਭਰਾ ਅਹਿਮਦ ਸ਼ਾਹ ਨੂੰ ਦਿੱਤੀ। ਅਹਿਮਦ ਸ਼ਾਹ 1422 ਤੋਂ 36 ਈਸਵੀ ਤੱਕ ਅਹਿਮਦ ਸ਼ਾਹ ਵੀ ਇੱਕ ਯੋਗ ਸ਼ਾਸਕ ਸੀ। ਉਸਨੇ 1424 ਈਸਵੀ ਵਿੱਚ ਗੁਲਬਰਗਾ ਦੀ ਥਾਂ 'ਤੇ ਇੱਕ ਯੋਗ ਗੁਲਬਰਗਾ ਦੀ ਥਾਂ 'ਤੇ ਬਿਦਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਆਪਸੀ ਮਤਭੇਦ ਬਾਅਦ ਵੀ ਬਹਿਮਣੀ ਸਾਮਰਾਜ ਦਾ ਪਤਨ ਦਾ ਮੁੱਖ ਕਾਰਨ ਬਣੇ। ਅਲਾਉਦੀਨ ਦੂਜਾ 1437 ਤੋਂ 58 ਈਸਵੀ, ਅਹਿਮਦ ਸ਼ਾਹ ਦੀ ਮੌਤ ਤੋਂ ਬਾਅਦ ਉਸਦਾ ਵੱਡਾ ਪੁੱਤਰ ਜਾਫਰ ਖਾਨ ਅਲਾਉਦੀਨ ਦੂਜਾ ਦੀ ਉਪਾਧੀ ਧਾਰਨ ਕਰਕੇ ਗੱਦੀ 'ਤੇ ਸੰਗਮੇਸ਼ਵਰ ਦੇ ਸ਼ਾਸਕ ਨੇ ਆਪਣੀ ਲੜਕੀ ਦਾ ਵਿਆਹ ਅਲਾਉਦੀਨ ਦੂਜੇ ਨਾਲ ਪਰ ਉਹ ਦੱਖਣੀ ਅਤੇ ਵਿਦੇਸ਼ੀ ਅਮੀਰਾਂ ਦੇ ਮਤਭੇਦ ਨੂੰ ਘਟਾਉਣ ਵਿੱਚ ਸਫਲ ਰਿਹਾ। ਮੁਹੰਮਦ ਸ਼ਾਹ ਤੀਜਾ 1463 ਤੋਂ 82 ਈਸਵੀ, 1463 ਈਸਵੀ ਵਿੱਚ ਮੁਹੰਮਦ ਸ਼ਾਹ ਤੀਜਾ ਰਾਜਗੱਦੀ 'ਤੇ ਬੈਠਿਆ। ਉਸਨੇ ਮਹਿਮੂਦ ਗਾਵਾ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਸੁਲਤਾਨ ਨੇ 5 ਅਪ੍ਰੈਲ 1481 ਨੂੰ ਮਹਿਮੂਦ ਗਾਵਾ ਨੂੰ ਫਾਂਸੀ ਦੀ ਸਜ਼ਾ ਦੇ ਕੇ ਮਹਿਮੂਦ ਗਾਵਾ ਦੀ ਮੌਤ ਦੇ ਗਮ ਵਿੱਚ ਹੀ 1482 ਈਸਵੀ ਵਿੱਚ ਸੁਲਤਾਨ ਦੀ ਮੌਤ ਹੋ ਗਈ। ਅਖੀਰਲੇ ਸ਼ਾਸਕ ਮਹਿਮੂਦ ਤੀਜੇ ਤੋਂ ਬਾਅਦ 1482 ਈਸਵੀ ਵਿੱਚ ਉਸਦਾ ਪੁੱਤਰ ਮਹਿਮੂਦ ਸ਼ਾਹ 1482 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ। ਉਸਨੇ 1518 ਈਸਵੀ ਤੱਕ ਸ਼ਾਸਨ ਕੀਤਾ। 1527 ਈਸਵੀ ਵਿੱਚ ਬਹਿਮਣੀ ਸਾਮਰਾਜ ਦੇ ਅਖੀਰਲੇ ਸ਼ਾਸਕ ਕਲੀਮ ਉਲ ਸ਼ਾਹ ਦੀ ਮੌਤ ਦੇ ਨਾਲ ਹੀ ਬਹਿਮਣੀ ਸਾਮਰਾਜ ਖੇਰੂ ਹੋ ਗਿਆ। ਬਹਿਮਣੀ ਸਾਮਰਾਜ ਦੇ ਪਤਨ ਦੇ ਕਾਰਨ ਸ਼ਾਸਕ ਵਰਗ ਧਾਰਮਿਕ ਕੱਟੜਤਾ, ਵਿਜੇਨਗਰ ਲਈ ਨਾਲ ਸੰਘਰਸ਼, ਤਾਨਾਸ਼ਾਹੀ ਸ਼ਾਸਨ, ਮਹਿਮੂਦ
ਗਾਬਾ ਦੀ ਮੌਤ, ਮਹਿਮੂਦ ਸ਼ਾਹ ਦਾ ਅਯੋਗ ਸ਼ਾਸਨ, ਬਹਿਮਣੀ ਪ੍ਰਸ਼ਾਸਨ, ਕੇਂਦਰੀ ਪ੍ਰਬੰਧ, ਸੁਲਤਾਨ ਸਾਰੇ ਰਾਜ ਦਾ ਮੁਖੀਆ ਹੁੰਦਾ ਸੀ। ਉਸ ਦੀਆਂ ਸ਼ਕਤੀਆਂ ਅਸੀਮ ਸਨ। ਉਹ ਰਾਜ ਦੇ ਸਾਰੇ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤੀ ਕਰਦਾ ਸੀ। ਸੁਲਤਾਨ ਦੀਆਂ ਸ਼ਕਤੀਆਂ ਭਾਵੇਂ ਬਹੁਤ ਜ਼ਿਆਦਾ ਸਨ, ਪਰ ਉਹ ਆਪਣਾ ਸ਼ਾਸਨ ਕਰਨ ਦੇ ਨਿਯਮਾਂ ਅਨੁਸਾਰ ਚਲਾਉਣ ਦਾ ਯਤਨ ਕਰਦੇ ਸਨ। ਮੰਤਰੀ ਪ੍ਰਸ਼ਾਸਨ ਸੰਬੰਧੀ ਸਲਾਹ ਲੈਣ ਲਈ ਬਹਿਮਣੀ ਸੁਲਤਾਨਾਂ ਨੇ ਕੁਝ ਮੰਤਰੀ ਨਿਯੁਕਤ ਕੀਤੇ ਹੋਏ ਸਨ। ਵਕੀਲ ਉਸ ਸਲਤਨਤ ਉਹ ਰਾਜ ਦਾ ਪ੍ਰਧਾਨ ਮੰਤਰੀ ਹੁੰਦਾ ਸੀ। ਅਮੀਰ-ਏ-ਜੁਲਾ ਉਹ ਰਾਜ ਦਾ ਵਿੱਤ ਮੰਤਰੀ ਸੀ। ਅਮੀਰ-ਏ-ਅਸ਼ਰਫ ਉਹ ਰਾਜ ਦਾ ਵਿਦੇਸ਼ ਮੰਤਰੀ ਸੀ। ਸਦਰ-ਏ-ਜਹਾਂ ਉਹ ਨਿਆਂ ਮੰਤਰੀ ਸੀ। ਹੋਰ ਮੰਤਰੀ ਉੱਪਰ ਲਿਖੇ ਮੰਤਰੀਆਂ ਤੋਂ ਇਲਾਵਾ ਕੁਝ ਹੋਰ ਮੰਤਰੀ ਵੀ ਹੁੰਦੇ ਸਨ। ਵਜ਼ੀਰ-ਉਲ ਲੇਖਾ ਜੋਖਾ ਮੰਤਰੀ, ਵਕੀਲ-ਏ-ਦਰ ਸ਼ਾਹੀ ਦਰਬਾਰ ਦਾ ਮੰਤਰੀ, ਅਖੁਰਬਕ ਘੋੜਿਆਂ ਦਾ ਮੰਤਰੀ, ਸਹਾਨਾ-ਏ-ਫਿਲ ਸ਼ਾਹੀ ਹਾਥੀਆਂ ਦਾ ਮੰਤਰੀ। ਪ੍ਰਾਂਤੀ ਸ਼ਾਸਨ ਬਹਿਮਣੀ ਸੁਲਤਾਨਾਂ ਨੇ ਆਪਣੇ ਸਾਮਰਾਜ ਨੂੰ 4 ਪ੍ਰਾਂਤਾਂ ਗੁਲਬਰਗ, ਬਿਦਰ, ਬਰਾਰ ਅਤੇ ਦੌਲਤਾਬਾਦ ਵਿੱਚ ਵੰਡਿਆ ਹੋਇਆ ਸੀ। ਸਥਾਨਕ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ। ਇਹਨਾਂ ਨੂੰ ਸਰਕਾਰ ਕਿਹਾ ਜਾਂਦਾ ਸੀ। ਸਰਕਾਰ ਨੂੰ ਅੱਗੇ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ। ਭੂਮੀ ਪ੍ਰਬੰਧ ਬਹਿਮਣੀ ਸੁਲਤਾਨਾਂ ਦੀ ਆਮਦਨ ਦਾ ਮੁੱਖ ਸਰੋਤ ਭੂਮੀ ਦਾ ਲਗਾਨ ਸੀ। ਲਗਾਨ ਕੁੱਲ ਉਪਜ ਦਾ 1/6 ਹਿੱਸਾ ਹੁੰਦਾ ਸੀ। ਬਹਿਮਣੀ ਸੁਲਤਾਨਾਂ ਨੇ ਫਸਲ ਦੀ ਪੈਦਾਵਾਰ ਵਧਾਉਣ ਲਈ ਸਿੰਜਾਈ ਲਈ ਵੱਲ ਵਿਸ਼ੇਸ਼ ਧਿਆਨ ਦਿੱਤਾ। ਨਿਆਂ ਪ੍ਰਬੰਧ ਬਹਿਮਣੀ ਸੁਲਤਾਨਾਂ ਦੇ ਸਮੇਂ ਨਿਆਂ ਪ੍ਰਬੰਧ ਦਾ ਕੰਮ ਸਦਰ-ਏ-ਜਹਾਂ ਅਤੇ ਕਾਜ਼ੀ ਅਧੀਨ ਹੁੰਦਾ ਸੀ। ਉਹ ਦੀਵਾਨੀ ਅਤੇ ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਦੇ ਸਨ। ਸੈਨਿਕ ਪ੍ਰਬੰਧ ਬਹਿਮਣੀ ਸੁਲਤਾਨਾਂ ਨੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੈਨਾ ਦਾ ਗਠਨ ਕੀਤਾ। ਸੈਨਾ ਦਾ ਮੁੱਖ ਅੰਗ ਘੋੜਸਵਾਰ ਪੈਦਲ ਸੈਨਿਕ ਸਨ। ਇਹਨਾਂ ਤੋਂ ਇਲਾਵਾ ਬਹਿਮਣੀ ਸੁਲਤਾਨਾਂ ਕੋਲ ਇੱਕ ਵੱਡਾ ਤੋਪਖਾਨਾ ਸੀ। ਕਲਾ ਅਤੇ ਚਿੱਤਰਕਾਰੀ ਬਹਿਮਣੀ ਸੁਲਤਾਨ ਕਲਾ ਅਤੇ ਇਮਾਰਤਕਾਰੀ ਦੇ ਵੱਡੇ ਸਰਪ੍ਰਸਤ ਸਨ। ਗੁਲਬਰਗਾ, ਬਿਦਰ ਬਹਿਮਣੀ ਇਮਾਰਤਕਾਰੀ ਦੇ 2 ਪ੍ਰਸਿੱਧ ਕੇਂਦਰ ਸਨ। ਇਹਨਾਂ ਸ਼ਹਿਰਾਂ ਵਿੱਚ ਖੂਬਸੂਰਤ ਮਹੱਲਾਂ, ਮਸਜਿਦਾਂ, ਮਕਬਰਿਆਂ ਅਤੇ ਮਦਰਸਿਆਂ ਦਾ ਨਿਰਮਾਣ ਕਰਵਾਇਆ ਗਿਆ। ਗੁਲਬਰਗਾ ਵਿਖੇ ਫਿਰੋਜ਼ ਸ਼ਾਹ ਦੇ ਮਕਬਰਾ, ਬਿਦਰ ਵਿਖੇ ਅਹਿਮਦ ਸ਼ਾਹ ਦਾ ਮਕਬਰਾ ਆਪਣੀ ਉੱਤਮ ਕਲਾ ਕਾਰਨ ਬਹੁਤ ਪ੍ਰਸਿੱਧ ਹਨ। ਪਿਕਚਰ ਦੇ ਵਿੱਚ ਦੇਖ ਸਕਦੇ ਆਪਾਂ। ਵਿਜੇਨਗਰ ਸਾਮਰਾਜ 14ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਇੱਕ ਮਹੱਤਵਪੂਰਨ ਰਾਜਵੰਸ਼ ਵਿਜੇਨਗਰ ਦੀ ਸਥਾਪਨਾ ਹੋਈ। ਵਿਜੇਨਗਰ ਉੱਤੇ 4 ਰਾਜਵੰਸ਼ਾਂ ਨੇ 3 ਸਦੀਆਂ ਤੋਂ ਵੀ ਵੱਧ ਸਮੇਂ ਲਈ ਰਾਜ ਕੀਤਾ। ਕ੍ਰਿਸ਼ਨ ਦੇਵ ਰਾਏ ਵਿਜੇਨਗਰ ਦਾ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਸੀ। ਵਿਜੇਨਗਰ ਸਾਮਰਾਜ ਦੀ ਸਥਾਪਨਾ ਸੰਬੰਧੀ ਕਈ ਮਤ ਪ੍ਰਚਲਿਤ ਹਨ। ਸਭ ਤੋਂ ਭਰੋਸੇਯੋਗ ਮਤ ਇਹ ਹੈ ਕਿ ਹਰੀਹਰ ਤੇ ਬੁੱਕਾ ਰਾਏ ਨਾਂ ਦੇ 2 ਭਰਾ
ਕੰਪਲੀ ਦੇ ਸ਼ਾਸਕ ਕੋਲ ਨੌਕਰੀ ਕਰਦੇ ਸਨ। 1327 ਈਸਵੀ ਵਿੱਚ ਮੁਹੰਮਦ ਬਿਨ ਤੁਗਲਕ ਨੇ ਜਦੋਂ ਦੱਖਣ 'ਤੇ ਹਮਲਾ ਕੀਤਾ ਤਾਂ ਇਹਨਾਂ ਦੋਵਾਂ ਭਰਾਵਾਂ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਸੀ। ਇੱਥੇ ਉਹਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰ ਲਿਆ ਗਿਆ। ਕੰਪਲੀ ਵਿੱਚ ਹਿੰਦੂਆਂ ਨੇ ਮੁਸਲਮਾਨਾਂ ਵਿਰੁੱਧ ਵਿਦਰੋਹ ਕਰ ਦਿੱਤਾ। ਹਾਲਾਤਾਂ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਮੁਹੰਮਦ ਬਿਨ ਤੁਗਲਕ ਨੇ ਹਰੀਹਰ ਅਤੇ ਬੁੱਕਾ ਰਾਏ ਦੇ ਅਧੀਨ ਇੱਕ ਵੱਡੀ ਫੌਜ ਕੰਪਲੀ ਵੱਲ ਭੇਜੀ। ਕੰਪਲੀ ਪੁੱਜਣ 'ਤੇ ਹਰੀਹਰ ਅਤੇ ਬੁੱਕਾ ਰਾਏ ਦਾ ਹਿੰਦੂਆਂ ਨੇ ਸਵਾਗਤ ਕੀਤਾ। ਇਹਨਾਂ ਦੋਹਾਂ ਨੇ ਆਪਣੇ ਗੁਰੂ ਵਿਦਿਆ ਰਾਣਾ ਦੇ ਕਹਿਣ 'ਤੇ ਇਸਲਾਮ ਧਰਮ ਛੱਡ ਕੇ ਮੁੜ ਹਿੰਦੂ ਧਰਮ ਨੂੰ ਇਸਲਾਮ ਸਵੀਕਾਰ ਕਰ ਲਿਆ। ਵਿਦਿਆ ਰਾਣਾ ਨੇ ਉਹਨਾਂ ਨੂੰ ਹਿੰਦੂ ਸਾਮਰਾਜ ਦੀ ਸਥਾਪਨਾ ਕਰਨ ਲਈ ਪ੍ਰੇਰਨਾ ਦਿੱਤੀ। ਇਸ ਤੋਂ ਉਤਸ਼ਾਹਿਤ ਹੋ ਕੇ ਹਰੀਹਰ ਅਤੇ ਬੁੱਕਾ ਰਾਏ ਨੇ 1337 ਈਸਵੀ ਵਿੱਚ ਤੁੰਗਭਦਰਾ ਨਦੀ ਦੇ ਕੰਢੇ ਇੱਕ ਨਵਾਂ ਸ਼ਹਿਰ ਬਣਾਇਆ। ਇਸ ਦਾ ਨਾਮ ਉਹਨਾਂ ਨੇ ਆਪਣੇ ਗੁਰੂ ਦੀ ਯਾਦ ਵਿੱਚ ਵਿਦਿਆਨਗਰ ਜਾਂ ਵਿਜੇਨਗਰ ਰੱਖਿਆ। ਇਸ ਤਰ੍ਹਾਂ ਵਿਜੇਨਗਰ ਰਾਜ ਦੀ ਸਥਾਪਨਾ ਹੋਈ। ਸੰਗਮ ਵੰਸ਼ ਦਾ ਸ਼ਾਸਕ 1337 ਤੋਂ 1485 ਈਸਵੀ, ਹਰੀਹਰ ਪਹਿਲਾ 1337 ਤੋਂ 56 ਈਸਵੀ, ਬੁੱਕਾ ਪਹਿਲਾ 1356 ਤੋਂ 77, ਹਰੀਹਰ ਦੂਜਾ 1377 ਤੋਂ 1404 ਈਸਵੀ, ਦੇਵ ਰਾਏ ਪਹਿਲਾ 1406 ਤੋਂ 22 ਈਸਵੀ, ਦੇਵ ਰਾਏ ਦੂਜਾ 1422 ਤੋਂ 46 ਈਸਵੀ। ਸੰਗਮ ਵੰਸ਼ ਦੇ ਅੰਤਲੇ ਸ਼ਾਸਕ ਸੁਲਭ ਵੰਸ਼ 1485 ਤੋਂ 1505 ਈਸਵੀ, ਨਰਸਿੰਘ 1485 ਤੋਂ 90 ਈਸਵੀ, ਨਰਸਾ ਨਾਇਕ 1490 ਤੋਂ 1503 ਈਸਵੀ, ਤੁਲ ਵੰਸ਼ 1505 ਤੋਂ 70 ਈਸਵੀ, ਵੀਰ ਨਰ ਸਿੰਘ 1505 ਤੋਂ 1509 ਈਸਵੀ, ਕ੍ਰਿਸ਼ਨ ਦੇਵ 1509 ਤੋਂ 1529 ਈਸਵੀ, ਨਰਸਿੰਘ 1485 ਤੋਂ 90 ਈਸਵੀ। 1485 ਈਸਵੀ ਵਿੱਚ ਨਰਸਿੰਘ ਨੇ ਸੁਲਭ ਵੰਸ਼ ਦੀ ਸਥਾਪਨਾ ਕੀਤੀ। ਆਪਣੇ 5 ਸਾਲਾਂ ਦੇ ਸ਼ਾਸਨ ਕਾਲ ਦੇ ਦੌਰਾਨ ਨਰਸਿੰਘ ਨੂੰ ਬਹੁਤ ਸਾਰੇ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ। ਨਰਸਾ ਨਾਇਕ 1490 ਤੋਂ 1503 ਈਸਵੀ, ਨਰਸਿੰਘ ਨੇ ਆਪਣੇ ਜਰਨੈਲ ਨਰਸਾ ਨਾਇਕ ਨੂੰ ਆਪਣਾ ਨਾਬਾਲਗ ਪੁੱਤਰ ਤੀਮਾ ਦੇ ਰਾਖੇ ਦੇ ਰੂਪ ਵਿੱਚ ਨਿਯੁਕਤ ਕੀਤਾ। 1490 ਈਸਵੀ ਵਿੱਚ ਤੋਂ 1503 ਈਸਵੀ ਦੇ ਸਮੇਂ ਦੇ ਦੌਰਾਨ ਰਾਜ ਦੀ ਅਸਲੀ ਸ਼ਕਤੀ ਨਰਸਾ ਨਾਇਕ ਦੇ ਹੱਥ ਵਿੱਚ ਸੀ। ਉਸ ਦੇ ਯਤਨਾਂ ਦੇ ਸਦਕਾ ਵਿਜੇਨਗਰ ਫਿਰ ਇੱਕ ਸ਼ਕਤੀ ਦੇ ਰੂਪ ਵਿੱਚ ਉਭਰਨ ਲੱਗ ਪਿਆ। 1503 ਈਸਵੀ ਵਿੱਚ ਨਰਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵੀਰ ਨਰ ਸਿੰਘ ਰਾਜਾ ਇਮਾਦੀ ਨਰਸਿੰਘ ਦਾ ਨਵਾਂ ਰਾਖਾ ਬਣ ਗਿਆ। 1505 ਈਸਵੀ ਵਿੱਚ ਇਮਾਦੀ ਨਰਸਿੰਘ ਦੀ ਮੌਤ ਦੇ ਕਾਰਨ ਸੁਲ ਵੰਸ਼ ਦਾ ਅੰਤ ਹੋ ਗਿਆ। ਵੀਰ ਨਰਸਿੰਘ 1505 ਤੋਂ 1509 ਈਸਵੀ। 1505 ਈਸਵੀ ਵਿੱਚ ਵੀਰ ਨਰਸਿੰਘ ਨੇ ਇਮਾਦੀ ਨਰਸਿੰਘ ਦਾ ਕਤਲ ਕਰਕੇ ਰਾਜਗੱਦੀ ਆਪ ਸੰਭਾਲ ਲਈ ਸੀ।
ਇਸ ਤਰ੍ਹਾਂ ਤੁੱਲ ਵੰਸ਼ ਦੀ ਸਥਾਪਨਾ ਹੋਈ। ਕ੍ਰਿਸ਼ਨ ਦੇਵ ਰਾਏ 1509 ਤੋਂ 1529 ਈਸਵੀ। ਕ੍ਰਿਸ਼ਨ ਦੇਵ ਰਾਏ ਵਿਜੇਨਗਰ ਦਾ ਸਾਮਰਾਜ ਦਾ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ 1509 ਈਸਵੀ ਤੋਂ 1529 ਈਸਵੀ ਤੱਕ ਸ਼ਾਸਨ ਕੀਤਾ। ਕ੍ਰਿਸ਼ਨ ਦੇਵ ਪਹਿਲਾ ਨੇ 1509 ਈਸਵੀ ਵਿੱਚ ਜਿਹੜੀ ਰਾਜਗੱਦੀ ਵੀਰ ਨਰ ਸਿੰਘ ਤੋਂ ਪ੍ਰਾਪਤ ਕੀਤੀ ਸੀ, ਉਹ ਕੋਈ ਫੁੱਲਾਂ ਦੀ ਸੇਜ ਨਹੀਂ ਸੀ। ਸਫਲਤਾਵਾਂ ਕ੍ਰਿਸ਼ਨ ਦੇਵ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਬੜੀਆਂ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ। ਇਹਨਾਂ ਸਫਲਤਾਵਾਂ ਕਾਰਨ ਵਿਜੇਨਗਰ ਸਾਮਰਾਜ ਆਪਣੀ ਉੱਨਤੀ ਦੀਆਂ ਸਿਖਰਾਂ 'ਤੇ ਪੁੱਜ ਗਿਆ ਸੀ। ਇੱਕ ਮਹਾਨ ਯੋਧਾ ਜਰਨੈਲ ਬਹਿਮਣੀ ਸਾਮਰਾਜ ਲਈ ਨਾਲ ਲੜਾਈ, ਬੀਜਾਪੁਰ ਨਾਲ ਲੜਾਈ, ਉਮਾਤਰੂ ਦੀ ਜਿੱਤ, ਉੜੀਸਾ ਨਾਲ ਲੜਾਈ, ਗੋਲਕੁੰਡਾ ਨਾਲ ਲੜਾਈ। ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਕਲਾ ਅਤੇ ਸਾਹਿਤ ਦਾ ਸਰਪ੍ਰਸਤ ਕ੍ਰਿਸ਼ਨ ਦੇਵ ਦੇ ਉੱਤਰ ਅਧਿਕਾਰੀ, ਵਿਜੇਨਗਰ ਸਾਮਰਾਜ ਦਾ ਪਤਨ, ਨਿਰਬਲ ਕੇਂਦਰੀ ਸਰਕਾਰ, ਕ੍ਰਿਸ਼ਨ ਦੇਵ ਰਾਏ ਦੇ ਕਮਜ਼ੋਰ ਉੱਤਰਾਧਿਕਾਰੀ, ਵੱਖ-ਵੱਖ ਰਾਜਵੰਸ਼ਾਂ, ਲੋਕਾਂ ਦਾ ਵਿਲਾਸਮਈ ਜੀਵਨ, ਕਮਜ਼ੋਰ ਸੈਨਿਕ, ਬਹਿਮਣੀ ਰਾਜ ਨਾਲ ਸੰਘਰਸ਼, ਤਾਲੀਕੋਟਾ ਦੀ ਲੜਾਈ, ਨਿਰਬਲ ਕੇਂਦਰੀ ਸਰਕਾਰ, ਵਿਜੇਨਗਰ ਸਾਮਰਾਜ ਦੀ ਕੇਂਦਰੀ ਸਰਕਾਰ ਬੜੀ ਨਿਰਬਲ ਸੀ। ਪ੍ਰਾਂਤਾਂ ਨੂੰ ਵਧੇਰੀ ਸ਼ਕਤੀਆਂ ਦਿੱਤੀਆਂ ਗਈਆਂ ਸਨ। ਪ੍ਰਾਂਤਾਂ ਦੇ ਗਵਰਨਰਾਂ ਨੂੰ ਫੌਜ ਰੱਖਣ, ਨਿਯੁਕਤੀਆਂ ਕਰਨ, ਸਿੱਕੇ ਜਾਰੀ ਕਰਨ, ਕਰ ਲਗਾਉਣ ਦੇ ਅਧਿਕਾਰ ਪ੍ਰਾਪਤ ਸਨ। ਕ੍ਰਿਸ਼ਨ ਦੇਵ ਦੇ ਕਮਜ਼ੋਰ ਉੱਤਰਾਧਿਕਾਰੀ ਕ੍ਰਿਸ਼ਨ ਦੇਵ ਰਾਏ ਸਮੇਂ ਵਿਜੇਨਗਰ ਸਾਮਰਾਜ ਆਪਣੀ ਉੱਨਤੀ ਦੀਆਂ ਸਿਖਰਾਂ 'ਤੇ ਸੀ, ਪਰ ਉਸਦੇ ਉੱਤਰਾਧਿਕਾਰੀ ਕਮਜ਼ੋਰ ਨਿਕੰਮੇ ਨਿਕਲੇ। ਵੱਖ-ਵੱਖ ਰਾਜਵੰਸ਼ਾਂ ਕਿਸੇ ਵੀ ਸਾਮਰਾਜ ਦੇ ਸਥਾਈ ਅਤੇ ਸ਼ਕਤੀਸ਼ਾਲੀ ਹੋਣ ਲਈ ਜ਼ਰੂਰੀ ਹੈ ਕਿ ਇੱਕ ਵਾਂਗਡੋਰ ਕਿਸੇ ਇੱਕ ਦੇ ਹੱਥ ਵਿੱਚ ਰਹੇ, ਪਰ ਮੰਦੇ ਭਾਗੀ ਵਿਜੇਨਗਰ ਸਾਮਰਾਜ ਵਿੱਚ ਚਾਰ ਰਾਜਵੰਸ਼ਾਂ ਨੇ ਇੱਕ ਦੂਜੇ ਦੇ ਮਗਰੋਂ ਸ਼ਾਸਨ ਕੀਤਾ। ਲੋਕਾਂ ਦਾ ਵਿਲਾਸਮਈ ਜੀਵਨ, ਵਿਜੇਨਗਰ ਆਪਣੇ ਸਮੇਂ ਦਾ ਸਭ ਤੋਂ ਅਮੀਰ ਰਾਜ ਸੀ। ਧਨ ਵੱਧ ਹੋਣ ਕਾਰਨ ਲੋਕ ਅਯਾਸ਼ੀ ਦਾ ਜੀਵਨ ਬਿਤਾਉਣ ਲੱਗੇ। ਕਮਜ਼ੋਰ ਸੈਨਾ, ਵਿਜੇਨਗਰ ਸਮਾਜ ਦੇ ਪਤਨ ਵਿੱਚ ਉਸਦੀ ਸੈਨਾ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਵਿਜੇਨਗਰ ਦੇ ਸ਼ਾਸਕ ਆਪਣੀ ਸੈਨਿਕ ਸ਼ਕਤੀ ਲਈ ਸਮਾਨਤਾ 'ਤੇ ਨਿਰਭਰ ਕਰਦੇ ਸਨ। ਸੈਨਿਕ ਰਾਜ ਨਾਲੋਂ ਆਪਣੇ ਸਮਾਨਤਾ ਪ੍ਰਤੀ ਵਧੇਰੇ ਵਫਾਦਾਰ ਹੁੰਦੇ ਸਨ। ਬਹਿਮਣੀ ਰਾਜ ਨਾਲ ਸੰਘਰਸ਼, ਵਿਜੇਨਗਰ ਸਾਮਰਾਜ ਦਾ ਆਪਣੇ ਸ਼ਕਤੀਸ਼ਾਲੀ ਗੁਆਂਢੀ ਰਾਜ ਬਹਿਮਣੀ ਨਾਲ ਲਗਾਤਾਰ ਸੰਘਰਸ਼ ਚੱਲਦਾ ਰਿਹਾ। ਇਹ ਲੰਮੇ ਸੰਘਰਸ਼ ਕਾਰਨ ਵਿਜੇਨਗਰ ਸਾਮਰਾਜ ਦੀ ਆਰਥਿਕ ਦਸ਼ਾ, ਸੈਨਿਕ ਸ਼ਕਤੀ 'ਤੇ ਬਹੁਤ ਮਾੜਾ ਅਸਰ ਪਿਆ। ਤਾਲੀਕੋਟਾ ਦੀ ਲੜਾਈ 23 ਜਨਵਰੀ 1565 ਈਸਵੀ। ਕ੍ਰਿਸ਼ਨ ਦੇਵ ਰਾਏ ਦੇ ਮਗਰੋਂ ਵਿਜੇਨਗਰ ਸਾਮਰਾਜ ਦੇ ਸ਼ਾਸਕਾਂ ਨੇ ਮੁਸਲਮਾਨਾਂ 'ਤੇ ਅਣਗਿਣਤ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ, ਇੱਥੋਂ ਤੱਕ ਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਅਪਵਿੱਤਰ ਕੀਤਾ ਗਿਆ ਅਤੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ। ਵਿਜੇਨਗਰ ਸਾਮਰਾਜ ਦਾ ਪ੍ਰਸ਼ਾਸਨ, ਰਾਜਾ, ਮੰਤਰੀ ਪ੍ਰੀਸ਼ਦ, ਪ੍ਰਾਂਤਕ ਸਥਾਨਕ ਸ਼ਾਸਨ ਪ੍ਰਬੰਧ, ਨਿਆਂਯਨ ਕਾਰਾ ਪ੍ਰਥਾ, ਨਿਆਂ ਪ੍ਰਬੰਧ, ਵਿੱਤੀ ਪ੍ਰਬੰਧ, ਸੈਨਿਕ ਪ੍ਰਬੰਧ। ਰਾਜਾ ਵਿਜੇਨਗਰ ਦਾ
ਅਸੀਮ ਸ਼ਕਤੀਆਂ ਦਾ ਮਾਲਕ ਸੀ। ਰਾਜ ਦੇ ਸਾਰੇ ਮਹੱਤਵਪੂਰਨ ਅਹੁਦਿਆਂ ਦੀ ਨਿਯੁਕਤੀ ਰਾਜੇ ਵੱਲੋਂ ਕੀਤੀ ਜਾਂਦੀ ਸੀ। ਇਸ ਦੇ ਮੁੱਖ 'ਚੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ। ਮੰਤਰੀ ਪ੍ਰੀਸ਼ਦ ਸ਼ਾਸਨ ਸੰਬੰਧੀ ਬਹੁਤ ਸਾਰੇ ਰਾਜੇ ਨੂੰ ਸਲਾਹ ਦੇਣ ਲਈ ਇੱਕ ਮੰਤਰੀ ਪ੍ਰੀਸ਼ਦ ਕਾਇਮ ਕੀਤੀ ਗਈ ਸੀ। ਰਾਜੇ ਲਈ ਉਹਨਾਂ ਦੀ ਸਲਾਹ ਮੰਨਣਾ ਕੋਈ ਜ਼ਰੂਰੀ ਨਹੀਂ ਸੀ, ਪਰ ਉਹ ਉਹਨਾਂ ਦੀ ਚੰਗੀ ਸਲਾਹ ਨੂੰ ਮੰਨ ਲੈਂਦੇ ਸਨ। ਪ੍ਰਾਂਤਕ ਵਿਜੇਨਗਰ ਸਾਮਰਾਜ ਦੇ ਪ੍ਰਸ਼ਾਸਨ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਰਾਜ ਅੱਗੇ ਪ੍ਰਾਂਤਾਂ ਵਿੱਚ ਵੰਡਿਆ ਗਿਆ। ਇਹਨਾਂ ਨੂੰ ਮੰਡਲਮ ਕਿਹਾ ਜਾਂਦਾ ਸੀ। ਇਹਨਾਂ ਪ੍ਰਾਂਤਾਂ ਦੀ ਗਿਣਤੀ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਪ੍ਰਾਂਤ ਗਵਰਨਰ ਦੇ ਅਧੀਨ ਹੁੰਦੇ ਸਨ। ਸਥਾਨਕ ਸ਼ਾਸਨ ਪ੍ਰਬੰਧ ਵਿਜੇਨਗਰ ਸਾਮਰਾਜ ਵਿੱਚ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ। ਇਹਨਾਂ ਨੂੰ ਕੋਟਮ ਜਾਂ ਕੁਰਮ ਕਹਿੰਦੇ ਸਨ। ਜ਼ਿਲ੍ਹੇ ਅੱਗੇ ਪਰਗਨਿਆਂ ਵਿੱਚ ਵੰਡੇ ਹੁੰਦੇ ਸਨ। ਇਹਨਾਂ ਨੂੰ ਨਾਡੂ ਕਿਹਾ ਜਾਂਦਾ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ। ਪਿੰਡ ਦੀ ਦੇਖਭਾਲ ਦਾ ਕੰਮ ਇੱਕ ਸਭਾ ਅਧੀਨ ਹੁੰਦਾ ਸੀ। ਨਾਇਜਨਕਾਰ ਪ੍ਰਥਾ ਵਿਜੇਨਗਰ ਸਾਮਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ ਇੱਕ ਸਮੇਂ ਹੋਰ ਵਿਵਸਥਾ ਪ੍ਰਚਲਿਤ ਸੀ, ਜਿਸ ਨੂੰ ਨਾਇਜਨਕਾਰ ਪ੍ਰਥਾ ਕਿਹਾ ਜਾਂਦਾ ਸੀ। ਨਿਆਂ ਪ੍ਰਬੰਧ ਵਿਜੇਨਗਰ ਸਾਮਰਾਜ ਦਾ ਨਿਆਂ ਪ੍ਰਬੰਧ ਬਹੁਤ ਵਿਜੇਨਗਰ ਸਾਮਰਾਜ ਦੇ ਸ਼ਾਸਕ ਨਿਰਪੱਖ ਨਿਆਂ ਦੇ ਲਈ ਪ੍ਰਸਿੱਧ ਸਨ। ਉਹਨਾਂ ਦਾ ਫੈਸਲਾ ਅੰਤਮ ਹੁੰਦਾ ਸੀ। ਨਿਆਂ ਹਿੰਦੂ ਧਰਮ ਸ਼ਾਸਤਰ ਅਤੇ ਰੀਤੀ ਰਿਵਾਜ਼ਾਂ ਦੇ ਅਨੁਸਾਰ ਕੀਤਾ ਜਾਂਦਾ ਸੀ। ਵਿੱਤ ਪ੍ਰਬੰਧ ਵਿਜੇਨਗਰ ਸਾਮਰਾਜ ਦੇ ਰਾਜੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਰਾਜ ਦੀ ਖੁਸ਼ਹਾਲੀ ਉਸ ਦੀ ਆਰਥਿਕ ਦਸ਼ਾ 'ਤੇ ਨਿਰਭਰ ਕਰਦੀ ਹੈ। ਇਸ ਲਈ ਉਹਨਾਂ ਨੇ ਵਿੱਤ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾ। ਸੈਨਿਕ ਪ੍ਰਬੰਧ ਵਿਜੇਨਗਰ ਸਾਮਰਾਜ ਨੇ ਸਾਮਰਾਜ ਦੇ ਵਿਸਥਾਰ ਅਤੇ ਉਸ ਦੀ ਸੁਰੱਖਿਆ ਲਈ ਇੱਕ ਵਿਸ਼ਾਲ ਸੈਨਾ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਸੈਨਾ ਵਿੱਚ ਹਾਥੀ, ਘੋੜੇ, ਪੈਦਲ ਸੈਨਿਕ ਸ਼ਾਮਲ ਸਨ। ਸਮਾਜਿਕ ਜੀਵਨ, ਜਾਤ ਪ੍ਰਥਾ, ਇਸਤਰੀਆਂ ਦੀ ਸਥਿਤੀ, ਖਾਣ ਪੀਣ, ਮਨੋਰੰਜਨ, ਤਿਉਹਾਰ। ਜਾਤ ਪ੍ਰਥਾ ਵਿਜੇਨਗਰ ਸਾਮਰਾਜ ਦਾ ਲਈ ਜਾਤਾਂ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣਾਂ ਨੂੰ ਸਮਾਜ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਸੀ। ਉਹਨਾਂ ਨੂੰ ਰਾਜ ਦਾ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ ਸੀ। ਇਸਤਰੀ ਸਥਿਤੀ ਵਿਜੇਨਗਰ ਸਾਮਰਾਜ ਦੇ ਵਿੱਚ ਇਸਤਰੀਆਂ ਦਾ ਬੜਾ ਮਾਣ ਕੀਤਾ ਜਾਂਦਾ ਸੀ। ਉਹ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ। ਸਾਹਿਤ ਦੇ ਖੇਤਰ ਵਿੱਚ ਉਹਨਾਂ ਦੀ ਦੇਣ ਬੜੀ ਸ਼ਲਾਘਾਯੋਗ ਸੀ। ਖਾਣ ਪੀਣ ਦੇ ਮਾਮਲੇ ਵਿੱਚ ਵਿਜੇਨਗਰ ਸਾਮਰਾਜ ਵਿੱਚ ਕੋਈ ਪਾਬੰਦੀ ਨਹੀਂ ਸੀ। ਹਰ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਮੀਟ ਸੇਵਨ ਕੀਤਾ ਜਾਂਦਾ ਸੀ। ਮਨੋਰੰਜਨ ਵਿਜੇਨਗਰ ਸਾਮਰਾਜ ਦੇ ਲੋਕ ਮਨੋਰੰਜਨ ਦੇ ਬੜੇ ਸ਼ੌਕੀਨ ਸਨ। ਉਹਨਾਂ ਦਾ ਮੁੱਖ ਖੇਡ ਕੁਸ਼ਤੀ ਸੀ। ਇਸ ਖੇਡ ਵਿੱਚ ਰਾਜਾ ਵੀ ਹਿੱਸਾ ਲੈਂਦਾ ਸੀ। ਤਿਉਹਾਰ ਵਿਜੇਨਗਰ ਸਾਮਰਾਜ ਦੇ ਲੋਕ ਤਿਉਹਾਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਮਹਾਨੌਮੀ ਉਹਨਾਂ ਦਾ ਮੁੱਖ ਤਿਉਹਾਰ ਸੀ। ਇਹ ਤਿਉਹਾਰ ਮਾਂ ਦੁਰਗਾ ਦੀ ਯਾਦ ਵਿੱਚ ਮਨਾਇਆ ਜਾਂਦਾ ਸੀ। ਧਾਰਮਿਕ ਜੀਵਨ, ਹਿੰਦੂ ਮਤ ਵਿਜੇਨਗਰ ਸਾਮਰਾਜ ਦੀ ਸਥਾਪਨਾ ਹਿੰਦੂ ਧਰਮ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਲਈ ਕੀਤੀ ਗਈ। ਵਿਜੇਨਗਰ ਦੇ ਮੋਢੀ ਸ਼ੈਵ ਮਤ ਦੇ ਪੁਜਾਰੀ ਸਨ।
ਵਿਰੂਪੂ ਕਸ਼ ਭਗਵਾਨ ਸ਼ਿਵ ਦਾ ਇੱਕ ਰੂਪ ਸੀ, ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਸੀ। ਜੈਨ ਮਤ ਵੇਦਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਸੀ। ਇਸ ਦੇ ਬਾਵਜੂਦ ਵਿਜੇਨਗਰ ਦੇ ਸ਼ਾਸਕਾਂ ਨੇ ਜੈਨ ਮਤ ਨੂੰ ਸਰਪ੍ਰਸਤੀ ਦਿੱਤੀ। ਇਸ ਮਤ ਨੂੰ ਮੰਨਣ ਵਾਲੇ ਵਿਅਕਤੀ ਨੂੰ ਰਾਜੇ ਦੇ ਉੱਚ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ ਸੀ। ਰਾਜਾ ਉਦਾਹਰਨ ਦੇ ਤੌਰ 'ਤੇ ਇਹ ਰੂਕੱਪਾ ਨਾਂ ਦਾ ਜੈਨੀ ਹਰੀਹਰ ਦੂਜੇ ਦੇ ਸਮੇਂ ਗਵਰਨਰ ਦੇ ਅਹੁਦੇ 'ਤੇ ਨਿਯੁਕਤ ਸੀ। ਮੁਸਲਿਮ ਮਤ ਵਿਜੇਨਗਰ ਸਾਮਰਾਜ ਸ਼ਾਸਕਾਂ ਦਾ ਮੁਸਲਿਮ ਸ਼ਾਸਕਾਂ ਨਾਲ ਲਗਾਤਾਰ ਸੰਘਰਸ਼ ਚੱਲਦਾ ਰਿਹਾ, ਪਰ ਵਿਜੇਨਗਰ ਸਾਮਰਾਜ ਦੇ ਸ਼ਾਸਕਾਂ ਨੇ ਮੁਸਲਮਾਨਾਂ ਦੇ ਧਰਮ ਦੇ ਪ੍ਰਤੀ ਕੋਈ ਨਿਰਾਦਰੀ ਦੀ ਭਾਵਨਾ ਨਹੀਂ ਦਿਖਾਈ। ਇਹ ਉਹਨਾਂ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦਾ ਇੱਕ ਵੱਡਾ ਸਬੂਤ ਸੀ। ਠੀਕ ਹੈ, ਇਹ ਸੀ ਮਹੱਤਵਪੂਰਨ ਵੀਡੀਓ। ਇਸ ਨੂੰ ਪਲੀਜ਼ ਸ਼ੇਅਰ ਕਰ ਦਿਓ, ਧਿਆਨ ਨਾਲ ਸੁਣ ਲਿਓ। ਮਹੱਤਵਪੂਰਨ ਗੱਲਾਂ ਆਪਣੀ ਕਾਪੀ 'ਤੇ ਨੋਟ ਕਰ ਲੈਣੀਆਂ ਜੀ। ਧੰਨਵਾਦ।